सो हेलो स्टूडेंट्स, ठीक है जी। ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਤੁਹਾਡੇ ਕੋਲ ਉਹ ਮਾਸਟਰ ਕੈਡਰ ਵਾਲੇ ਸਟੂਡੈਂਟਸ ਲਈ ਹੈਗੀ ਹੈ। ਬੀਐਸਸੀ ਆਨਰਸ ਦਾ ਪੀਯੂ ਦਾ ਪੇਪਰ ਦੇਣਾ ਹੋਵੇ ਤਾਂ ਵੀ ਸੇਮ ਕੁਐਸਚਨਸ ਨੇ ਜੀ ਤੁਹਾਡੇ ਕੋਲ, ਠੀਕ ਹੈ ਜੀ। ਸੋ ਮਾਸਟਰ ਕੈਡਰ ਐਗਜ਼ਾਮ ਲਈ ਹੈਗੀ ਹੈ ਤੁਹਾਡੇ ਕੋਲ, ਠੀਕ ਹੈ। ਅਗਰ ਆਪਾਂ ਬੀਐਸਸੀ ਪੀਯੂ ਦੇਣੀ ਹੋਵੇ ਤੁਹਾਡੇ ਕੋਲ ਬੀਐਸਸੀ ਆਨਰਸ ਪੀਯੂ, ਠੀਕ ਹੈ ਜੀ, ਉਹਦੇ ਲਈ ਵੀ ਜਿਹੜਾ ਹੈਗਾ ਇਹ ਬੈਨੀਫੀਸ਼ੀਅਲ ਹੈਗਾ ਤੁਹਾਡੇ ਕੋਲ, ਠੀਕ ਹੈ। ਤੋ ਜਿਹੜਾ ਹੈਗਾ ਆਪਾਂ ਸਟਾਰਟ ਕਰੀਏ ਜੀ। ਤੇ ਆਪਾਂ ਕੋਸ਼ਿਸ਼ ਜਿਹੜੀ ਹੈਗੀ ਹੈ ਕਿ ਮੈਕਸਿਮਮ ਪੋਸੀਬਲ ਸ਼ਾਰਟਕਟਸ ਜਿਹੜੇ ਵਿਦਿਨ ਪਰਮਿਸਿਬਲ ਡੋਮੇਨ ਆਫ ਮੈਥਮੈਟਿਕਸ ਹੈਗੇ ਵੀ ਘਰੋਂ ਨਹੀਂ ਬਣਾਏ ਹੋਏ ਉਹ ਆਪਾਂ ਯੂਜ਼ ਕਰਾਂਗੇ ਜੀ ਤੁਹਾਡੇ ਕੋਲ। ਸੋ ਇਹ ਦੇਖੋ ਜੀ ਤੁਹਾਡੇ ਕੋਲ ਜਿਹੜਾ ਹੈਗਾ ਇਹ ਆਪਾਂ ਕਿਸ ਤਰ੍ਹਾਂ ਕਰਨਾ ਹੈਗਾ, ਠੀਕ ਹੈ। ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਪਿਛਲੀ ਵਾਰ ਮਾਸਟਰ ਕੈਡਰ ਜਿੰਨੇ ਆਪਣੇ ਨਾਲ ਬੱਚੇ ਜੁੜੇ ਸੀਗੇ 70% ਨੌਕਰੀ ਲੈ ਗਏ, ਠੀਕ ਹੈ ਜੀ। ਸੋ ਇਸ ਵਾਰ ਨਵੇਂ ਹੋਣਗੇ ਜੀ ਤੁਹਾਡੇ ਕੋਲ, ਜਾਂ ਫਿਰ ਜਿਹੜੇ ਬਚ ਗਏ ਰਹਿ ਗਏ ਤੁਹਾਡੇ ਕੋਲ ਤਾਂ ਥੋੜੀ ਜਿਹੀ ਹਿੰਮਤ ਕਰੀਏ ਵੀ ਨਵੇੜੀਏ ਕੰਮ, ਇਸ ਵਾਰ ਤਾਂ ਆਪਾਂ ਜੌਬ ਲਾਈ ਜਾਈਏ। ਸੋ ਕੁਐਸਚਨ ਕੀ ਕਹਿ ਰਿਹਾ ਹੈਗਾ, ਤੁਹਾਨੂੰ ਸ਼ਾਇਦ ਇਹ ਕੁਐਸਚਨ ਆਉਂਦਾ ਹੋਵੇ, ਤੁਸੀਂ ਇਹਦਾ ਆਨਸਰ ਵੀ ਨਿਕਾਲ ਲਓ, ਪਰ ਫਿਰ ਵੀ ਇੱਕ ਮੈਂ ਸ਼ਾਰਟਕਟ ਦੱਸਣਾ। ਕਹਿੰਦਾ ਦਾ ਲਾਈਨ YMC, ਠੀਕ ਹੈ, ਵਿਲ ਬੀ ਟੈਂਜੈਂਟ ਟੂ ਇਲਿਪਸ ਅਗਰ ਇਹਨਾਂ ਚੋਂ ਕਿਹੜੀ ਕੰਡੀਸ਼ਨ ਟਰੂ ਹੋਏਗੀ, ਠੀਕ ਹੈ। ਅਗਰ ਆਪਾਂ ਇਲਿਪਸ ਤੇ ਗੱਲ ਕਰੀਏ ਨਾ ਤਾਂ A cos ਥੀਟਾ ਤੇ B tan ਜਿਹੜਾ B sin ਥੀਟਾ ਇਹ ਐਨੀ ਪੁਆਇੰਟ ਔਨ ਇਲਿਪਸ ਹੁੰਦਾ ਹੈ। ਹਮੇਸ਼ਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ, ਹਮੇਸ਼ਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਨੀ ਪੁਆਇੰਟ ਹੈ। ਸੋ ਸ਼ਾਰਟਕਟ ਹੀ ਹੈ, ਮੇਰੇ ਕੋ ਟਾਈਮ ਜ਼ਿਆਦਾ ਲੱਗ ਜੂਗਾ ਕਿਉਂਕਿ ਮੈਂ ਸਮਝਾਉਣ ਜਾ ਰਿਹਾ। तो हमेशा अगर ਇਹਦੀ ਟਰਮ ਚ ਕੁਐਸਚਨ ਕੀਤਾ ਜਾਵੇ ਤਾਂ ਸੌਖਾ ਰਹੇਗਾ। ਜਿਵੇਂ ਹੁਣ ਆਪਣੇ ਕੋਲ ਇਲਿਪਸ ਆ ਹੈ x ਸਕੁਅਰ ਓਵਰ a ਸਕੁਅਰ ਪਲੱਸ y ਸਕੁਅਰ ਓਵਰ b ਸਕੁਅਰ ਇਕੁਅਲ ਟੂ 1, ਤੇ ਜੇ ਤੇ ਟੈਂਜੈਂਟ ਕੱਢਣੀ ਹੋਵੇ ਤਾਂ x(x1) ਬਾਈ a ਸਕੁਅਰ ਹੁੰਦੀ ਹੈ, y(y1) ਬਾਈ b ਸਕੁਅਰ ਹੁੰਦੀ ਹੈ। ਤਾਂ ਇਸ ਨਾਲ ਵੀ ਕੁਐਸਚਨ ਹੋ ਜਾਂਦੇ ਨੇ, ਬਟ ਆ x1 y1 ਦੀ ਅਗਰ ਆਪਾਂ ਵੈਲਿਊ ਤੇ ਆ ਦੇ ਦਈਏ cos ਥੀਟਾ, ਉਰੇ ਇਹ ਨਾ ਇਹ ਕੈਂਸਲ ਹੋ ਜਾਊਗਾ ਤੁਹਾਡੇ ਕੋਲ, ਤਾਂ ਇੱਕ x cos ਥੀਟਾ ਬਾਈ a ਹੋ ਜੂਗੀ, ठीक है, y sin थीटा बाय b हो जूगी। अगर आ इक्वेशन तुसी टेंजेंट दी यूज करोगे तो तुसी काफ़ी ईजीली क्वेश्चंस कर सकते हो, तुहाडे कोल ते बनानी भी कोई बहुती औखी नहीं। हुण उन्हें क्वेश्चंस की किया सी, द लाइन विल बी टेंजेंट, लाइन टेंजेंट होवेगी। टेंजेंट की हुंदी है जिहड़ी तुहाडे इलिप्स नूं तुहाडे कोल जिहड़ा हैगा किसे आपां कहिए कि एक पॉइंट ते टच करके जावे तां टेंजेंट हुंदी है, ठीक है। ਹੁਣ ਇੱਕ ਟੈਂਜੈਂਟ ਤੁਹਾਨੂੰ ਪਤਾ ਜੋ ਕਿ ਤੁਸੀਂ ਯਾਦ ਕਰ ਲੈਣੀ ਹੈ, ਇੱਕ ਟੈਂਜੈਂਟ ਉਸਨੇ ਦਿੱਤੀ ਹੋਈ ਹੈ ਤੁਹਾਡੇ ਕੋਲ, ਠੀਕ ਹੈ। ਉਹਨੇ ਕੀ ਦਿੱਤੀ ਹੋਈ ਹੈ y is equal to, ठीक है, y is equal to mx plus c, ठीक है। ਤੁਸੀਂ ऐसे करो mx इधर रख लो प्लस y रख लो is equal to c रख लो। आ भी टेंजेंट है, आ भी टेंजेंट है क्योंकि ये लाइन टच करती है, ये लाइन भी टच करती है, ठीक है जी। तो कंपैरिजन च दोनों लाइना सेम ने, अगर दो लाइना सेम होण तो तुसी रेशो कंपेयर कर सकते हो जी। x ਦੇ ਕੋਫੀਸ਼ੀਐਂਟ ਦੀ तो रेशो कंपेयर करोगे, ਇੱਥੇ x ਦਾ ਕੋਫੀਸ਼ੀਐਂਟ ਕੌਣ ਹੈ, ठीक है, cos थीटा बाय a, ਉਹਦੀ ਰੇਸ਼ੋ ਆਪਾਂ ਕਿਹਦੇ ਨਾਲ ਲੈ ਲਈਏ, ਨੈਗੇਟਿਵ m ਨਾਲ, ਠੀਕ ਹੋ ਗਿਆ ਜੀ। तो ਜਿਹੜਾ ਹੈਗਾ ਤੁਹਾਡੇ ਕੋਲ ਪਹਿਲੀ ਵਾਲੀ ਆਪਸ਼ਨ ਹੋਗੀ, ਕਿਉਂਕਿ ਮੈਂ ਇਹਨੂੰ ਇਸ ਸਾਈਡ ਤੇ ਲਿਆਇਆ ਨਾ mx ਨੂੰ, ਤਾਂ ਨੈਗੇਟਿਵ ਹੈਗਾ ਤੁਹਾਡੇ ਕੋਲ। ਉਸ ਤੋਂ ਬਾਅਦ ਇਕੁਅਲ ਟੂ ਆਪਾਂ ਲੈ ਲਈਏ y ਦਾ ਕੋਫੀਸ਼ੀਐਂਟ, y ਦਾ ਕੋਫੀਸ਼ੀਐਂਟ ਉੱਥੇ ਕੀ ਹੈ sin ਥੀਟਾ ਬਾਈ b, ਉਹਦੇ ਨੀਚੇ ਕੋਫੀਸ਼ੀਐਂਟ ਕੀ ਹੈ 1, ਉਸ ਤੋਂ ਬਾਅਦ ਕਾਂਸਟੈਂਟ ਟਰਮ, ਠੀਕ ਹੈ, ਕਾਂਸਟੈਂਟ ਟਰਮ ਇੱਥੇ 1 ਹੈ, ਇੱਥੇ ਕੀ ਹੈਗੀ ਹੈ ਤੁਹਾਡੇ ਕੋਲ c। ਤਾਂ ਜੇ ਹੁਣ ਤੁਸੀਂ ਦੇਖੋਗੇ ਤੁਹਾਡੇ ਕੋਲ, ਠੀਕ ਹੈ, ਇੱਥੇ ਬਣ ਗਿਆ cos ਥੀਟਾ, ਨੀਚੇ ਬਣ ਗਿਆ am ਨੈਗੇਟਿਵ, ਹੈ ਨਾ, ਇਹ 1/c ਦੇ ਬਰਾਬਰ ਹੈ। ਤਾਂ ਜਿਹੜਾ sin ਥੀਟਾ ਹੈਗਾ ਇਹਦੇ ਨੀਚੇ ਜਿਹੜਾ ਹੈਗਾ ਤੁਹਾਡੇ ਕੋਲ ਇਹ b/c ਦੇ ਬਰਾਬਰ ਹੋ ਗਿਆ। ਤਾਂ sin ਥੀਟੇ ਦੀ ਮੈਨੂੰ ਵੈਲਿਊ ਨਿਕਲ ਗਈ, cos ਥੀਟੇ ਦੀ ਵੈਲਿਊ ਮੈਨੂੰ ਨਿਕਲ ਗਈ, ਤੁਹਾਡੇ ਕੋਲ ਕਿਹੜੀ ਹੈ -am/c। अब साइन स्क्वायर थीटा प्लस कॉस स्क्वायर थीटा क्या बनता है, साइन स्क्वायर थीटा प्लस कॉस स्क्वायर थीटा 1 ਹੁੰਦਾ है। अब ए वैल्यू ਇੱਥੇ जाएगी तो ਇੱਥੇ b स्क्वायर बाई c स्क्वायर हो जाएगा, ਇੱਥੇ जाएगी तो a स्क्वायर m स्क्वायर नीचे c स्क्वायर इक्वल टू 1, क्रॉस कर दो कि b स्क्वायर a स्क्वायर m स्क्वायर इज इक्वल टू c स्क्वायर आ जाएगी। सो ये ਤੁਹਾਡਾ क्वेश्चन आ गया b स्क्वायर a स्क्वायर m स्क्वायर वाली ਕਿਹੜੀ ਹੈਗੀ, ऑप्शन नंबर b ਤੁਹਾਡਾ आंसर ਹੈਗਾ ਤੁਹਾਡੇ ਕੋਲ। कुल मिला के आ तो लिखण नूं टाइम लग्या तुहाडे कोल, भी तुहानूं समझाउण नूं लग्या, तुहानूं एक cos, ठीक है, x cos थीटा बाय a ते y sin थीटा बाय b इक्वल टू 1 इक्वेशन ऑफ टेंजेंट अगर इलिप्स दी याद हैगी है
ठीक है। तो याद भी नहीं बन भी जाती है ਤੁਹਾਡੇ ਕੋਲ, ਤੁਸੀਂ ਜਸਟ ਕੰਪੇਅਰ ਕਰਨਾ ਹੈਗਾ ਇਹ ਤੁਹਾਡੇ ਕੋਲ ਤੇ ਤੁਹਾਡਾ ਜਿਹੜਾ ਹੈਗਾ ਆਨਸਰ ਆ ਜਾਏਗਾ। ਇੱਕ ਕੁਐਸਚਨ ਹੋਰ ਦੇਖਦੇ ਹਾਂ ਤੁਹਾਡੇ ਕੋਲ ਜਿਹੜਾ ਹੈਗਾ ਇਸੇ ਟੈਕਨੀਕ ਨਾਲ, ਅਗਰ ਇਸ ਤੇ ਤੁਸੀਂ ਜ਼ਿਆਦਾ ਪ੍ਰੈਕਟਿਸ ਕਰੋਗੇ ਤਾਂ ਸ਼ਾਇਦ ਤੁਸੀਂ ਈਜ਼ੀ ਕੁਐਸਚਨ ਨਿਕਾਲ ਸਕੋ। ਤਾਂ ਮੇਨ ਚੀਜ਼ ਹੈ ਕਿ ਕੁਐਸਚਨ ਵੀ ਮੋਸਟ ਇੰਪੋਰਟੈਂਟ ਨੇ ਔਰ ਟੈਕਨੀਕਸ ਵੀ ਮੋਸਟ ਇੰਪੋਰਟੈਂਟ ਹੈ। ਇਹ ਲਾਈਨ ਟੱਚਿਸ, ਠੀਕ ਹੈ, ਲਾਈਨ ਆਏ ਪਹਿਲਾਂ ਟੱਚਿਸ ਇਲਿਪਸ ਅੱਗੇ ਪਿੱਛੇ ਲਿਖੇ ਹੋਏ ਨੇ, ਉਹ ਕੋਈ ਫਰਕ ਨਹੀਂ, ਐਟ ਪੁਆਇੰਟ। ਹੁਣ ਉਹ ਪੁੱਛ ਰਿਹਾ ਕਿ ਕਿਸ ਪੁਆਇੰਟ ਤੇ ਲਾਈਨ ਤੁਹਾਡੀ ਇਲਿਪਸ ਨੂੰ ਟੱਚ ਕਰ ਰਹੀ ਹੈ, ਕਿਸ ਪੁਆਇੰਟ ਤੇ ਲਾਈਨ ਤੁਹਾਡੀ ਇਲਿਪਸ ਨੂੰ ਟੱਚ ਕਰ ਰਹੀ ਹੈ। ਹੁਣ ਜਦੋਂ ਤੁਸੀਂ ਲਾਈਨ ਦੀ ਗੱਲ ਕਰਦੇ ਹੋ ਤੁਹਾਡੇ ਕੋਲ, ਠੀਕ ਹੈ ਜੀ, ਤੁਸੀਂ ਤਾਂ ਜਿਹੜਾ ਹੈਗਾ ਚਾਹੇ y ਇਸ ਤਰਫ ਲਿਆਓ, ਉਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਤੁਹਾਡੇ ਕੋਲ, ਫਿਰ ਗੱਲ ਤਾਂ ਸਿਰਫ ਟੱਚਿਸ ਦੀ ਹੈ। ਟੱਚਿਸ ਦੀ ਹੈ ਤਾਂ ਫਿਰ ਇਹ ਇਲਿਪਸ ਆ ਗਿਆ। ਇਸ ਇਲਿਪਸ ਨੂੰ ਆਪਾਂ ਬਿਲਕੁਲ ਉਸੇ ਤਰ੍ਹਾਂ ਲਿਖ ਸਕਦੇ ਹਾਂ ਜਿਵੇਂ ਹੁਣ ਜਦੋਂ ਉਹਦੇ ਤੇ ਤੁਸੀਂ ਐਨੀ ਪੁਆਇੰਟ a cos ਥੀਟਾ ਲਿਆ ਸੀਗਾ, ਹੈ ਨਾ, ਇਸ ਇਲਿਪਸ ਨੂੰ ਅਗਰ ਆਪਾਂ ਸੈੱਟ ਕਰਕੇ ਲਿਖ ਲਈਏ, 12 ਨਾਲ ਡਿਵਾਈਡ ਕਰ ਦਈਏ, ਤਾਂ ਇਲਿਪਸ ਕਿੱਦਾਂ ਦਾ ਆ ਜਾਏਗਾ, x ਸਕੁਅਰ ਤੇ ਬਾਈ 4 ਆ ਜਾਏਗਾ, y ਸਕੁਅਰ ਬਾਈ 3 ਆ ਜਾਏਗਾ, ਕਿਉਂਕਿ ਸਟੈਂਡਰਡ ਫਾਰਮ ਤਾਂ ਲਿਆਉਂਗਾ ਹੀ ਨਾ। अब ਜਿਹੜੀ a ਦੀ ਵੈਲਿਊ ਹੈ ਤੁਹਾਡੇ ਕੋਲ, a ਦੀ ਵੈਲਿਊ 2 ਹੈ ਤਾਂ ਐਨੀ ਪੁਆਇੰਟ ਉਰੇ 2 cos ਥੀਟਾ ਆ ਜਾਏਗਾ ਤੇ ਦੂਸਰਾ ਪੁਆਇੰਟ ਕੀ ਆ ਜਾਏਗਾ, √3 sin ਥੀਟਾ। ਅਗਰ ਇਹਨਾਂ ਪੁਆਇੰਟਾਂ ਚੋਂ ਤੁਹਾਨੂੰ sin ਥੀਟਾ ਤੇ cos ਥੀਟਾ ਪਤਾ ਲੱਗ ਜੇ ਤਾਂ ਤੁਹਾਨੂੰ ਆਹ ਪੁਆਇੰਟ ਪਤਾ ਲੱਗ ਜਾਣਾ, ਕਿੰਨਾ ਸੌਖਾ ਕੰਮ ਹੈ। ਐਨੀ ਪੁਆਇੰਟ ਔਨ ਇਲਿਪਸ a cos ਥੀਟਾ b sin ਥੀਟਾ ਹੁੰਦਾ, ਠੀਕ ਹੈ ਜੀ। a ਦੀ ਵੈਲਿਊ 2 cos ਥੀਟਾ ਤੇ √3 sin ਥੀਟਾ ਆ ਗਈ ਜੀ। ਹੁਣ ਅਗਰ ਮੈਂ ਇਹਦੇ ਉੱਤੇ ਆਪਾਂ ਇਕੁਏਸ਼ਨ ਲਿਖਣੀ ਹੋਵੇ, ਟੈਂਜੈਂਟ ਦੀ ਇਕੁਏਸ਼ਨ ਜਿਵੇਂ ਆਪਾਂ ਨੇ ਪਿਛਲੀ ਵਾਰ ਲਿਖੀ ਸੀ, ਤਾਂ ਉਹ ਸੀਗੀ ਤੁਹਾਡੇ ਕੋਲ x, ਠੀਕ ਹੈ ਜੀ। ਤਾਂ ਫਿਰ ਕੀ ਸੀਗਾ ਤੁਹਾਡੇ ਕੋਲ ਜੀ, x1 ਸੀ ਨਾ, x cos ਥੀਟਾ ਸੀਗਾ ਤੇ ਨਾਲ ਉਹਦੇ ਕੀ ਸੀਗਾ ਜੀ ਤੁਹਾਡੇ ਕੋਲ, ਠੀਕ ਹੈ। ਜਦੋਂ ਤੁਸੀਂ ਵੈਲਿਊ ਲਈ ਆ ਲਿਖੀ ਹੋਈ ਹੈ ਜੀ, ਬਟ ਇਹ ਹੈਗਾ ਤੁਹਾਡੇ ਕੋਲ, ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਕਿ x cos ਥੀਟਾ ਨੀਚੇ a, ਤਾਂ x cos ਥੀਟਾ ਨੀਚੇ a ਕੌਣ ਹੈ ਜੀ ਤੁਹਾਡੇ ਕੁਐਸਚਨ ਦੇ ਵਿੱਚ 2, ठीक है, प्लस y sin थीटा नीचे है b कौन है आ। ਇਹ ਇਕੁਏਸ਼ਨ ਆਫ ਟੈਂਜੈਂਟ ਇਸ ਇਲਿਪਸ ਨੂੰ ਹੈਗੀ ਹੈ। ਇੱਕ ਟੈਂਜੈਂਟ ਤੁਸੀਂ ਬਣਾਈ ਬੈਠੇ ਹੋ, ਉਹ ਕਿਹੜੀ ਹੈਗੀ ਹੈ ਤੁਹਾਡੇ ਕੋਲ, y - x = 1, ਜਾਂ 1 ਉਧਰ ਲੈ ਜਾਓ, ਇੱਥੇ ਕਰ ਲਓ x - y = 1, ਠੀਕ ਹੈ। ਆ ਇਕੁਏਸ਼ਨ ਤੁਸੀਂ ਕਹੀ ਹੈ ਨਾ, 1 ਇਸ ਤਰਫ ਲੈ ਜਾਓ, x - y, ਆ ਹੋ ਗਿਆ। ਹੁਣ ਇਹ ਦੋ ਲਾਈਨਾਂ ਨੇ, ਕੰਪੈਰੀਜ਼ਨ ਕਰ ਲਓ, ਜੇ sin ਥੀਟਾ cos ਥੀਟਾ ਨਿਕਲ ਗਿਆ ਤਾਂ ਸਮਝ ਲਓ ਇੱਥੇ ਪੁੱਟ ਕਰੇ ਤੇ ਆਨਸਰ ਆ ਗਿਆ, ਜੇ ਨਹੀਂ ਨਿਕਲਿਆ ਤਾਂ ਸਮਝ ਲਓ ਨਾ ਆਨਸਰ। ਤਾਂ ਇਹਦਾ ਮਤਲਬ x ਦੇ ਕੋਐਫੀਸ਼ੀਐਂਟ ਕੰਪੇਅਰ ਕਰੋਗੇ ਤਾਂ cos ਥੀਟਾ ਬਾਈ 2, ਇੱਥੇ x ਦਾ ਕੋਐਫੀਸ਼ੀਐਂਟ ਹੈ ਡਿਵਾਈਡਡ ਬਾਈ 1 ਆ ਰਿਹਾ, ਇੱਥੇ sin ਦਾ ਕੋਐਫੀਸ਼ੀਐਂਟ ਹੈ sin ਥੀਟਾ ਬਟਾ √3, ਕੁਐਸਚਨ ਬਹੁਤ ਇੰਪੋਰਟੈਂਟ ਹੈ, = 1/1 ਹੈ। ਤਾਂ ਅਲਟੀਮੇਟਲੀ ਜਦੋਂ ਤੁਸੀਂ ਇਹਨੂੰ ਕੰਪੇਅਰ ਕਰੋਗੇ, ਕੰਪੇਅਰ ਤਾਂ cos ਥੀਟਾ ਦੀ ਵੈਲਿਊ 2 ਆ ਗਈ ਔਰ sin ਥੀਟਾ ਦੀ ਵੈਲਿਊ -√3 ਆ ਗਈ, ਔਰ ਇਹ ਨਲ ਐਂਡ ਵਾਇਡ ਹੈ। ਕਿਉਂ? ਕਿਉਂਕਿ cos 2 ਕਿਤੇ ਨਹੀਂ ਹੋ ਸਕਦਾ, sin ਜਿਹੜਾ ਅੰਡਰ ਮਾਈਨਸ ਨਹੀਂ, ਕਿਉਂਕਿ -1.732 sin ਦੀ ਵੈਲਿਊ ਨਹੀਂ ਹੋ ਸਕਦੀ। ਇਟ ਮੀਨਸ ਆ ਵੈਲਿਊ ਇੱਥੇ ਪੁੱਟ ਨਹੀਂ ਹੋ ਸਕਦੀ, ਜੇ ਪੁੱਟ ਨਹੀਂ ਹੋ ਸਕਦੀ ਤਾਂ ਨਨ ਆਫ ਦਾ ਪੁਆਇੰਟਸ ਤੁਹਾਡਾ ਜਿਹੜਾ ਹੈਗਾ ਆਨਸਰ ਆਏਗਾ। ਸੋ ਇਦਾਂ ਅਗਰ ਤੁਸੀਂ ਥੋੜੀ ਜੀ ਟੈਕਨੀਕ ਡਿਵੈਲਪ ਕਰ ਲੈਂਦੇ ਹੋ, ਇਹ ਮੋਸਟ ਇੰਪੋਰਟੈਂਟ ਕੁਐਸਚਨਸ ਨੇ ਜੀ, ਇਹ ਪਹਿਲਾਂ ਕੰਪੀਟੀਟਿਵ ਐਗਜ਼ਾਮਸ ਚੋਂ ਹੀ ਉਠਾਏ ਹੋਏ ਨੇ ਤੁਹਾਡੇ ਕੋਲ। ਤਾਂ ਜੋ ਇਦਾਂ ਤੁਸੀਂ ਥੋੜਾ ਜਿਹਾ ਟੈਕਨੀਕ ਡਿਵੈਲਪ ਕਰੋਗੇ, ਤੁਸੀਂ ਜਿਹੜੀ ਬੁੱਕ ਫੋਲੋ ਕਰ ਰਹੇ ਹੋ ਉਸ ਚੋਂ 2-3 ਕੁਐਸਚਨ ਕਰਕੇ ਦੇਖੋਗੇ ਤਾਂ ਤੁਸੀਂ ਈਜ਼ੀਲੀ ਕਰ ਪਾਓਗੇ ਕੰਪੈਰੀਟਿਵਲੀ ਤੁਹਾਡੇ ਕੋਲ ਜਿਹੜੇ ਦੂਜੇ ਮੈਥਡਸ ਨੇ, ਠੀਕ ਹੈ ਜੀ। ਤਾਂ ਤੀਸਰਾ ਕੁਐਸਚਨ ਦੇਖੀਏ ਆਪਾਂ, ਕਹਿੰਦਾ ਦਾ ਇਕੁਏਸ਼ਨ ਦਾ ਇਕੁਏਟ ਪਾ ਕੇ ਐਨ ਇਕੁਏਸ਼ਨ ਆਫ ਇਲਿਪਸ ਹੈ whose axes are along the coordinate axis and length of latus rectum eccentricity is equal to this। length of latus rectum ਵੀ ਇਕੁਅਲ ਹੈ ਤੇ eccentricity ਵੀ ਇਕੁਅਲ ਹੈ ਤੇ ਆਪਸ ਵਿੱਚੋਂ 1/2 ਦੇ ਬਰਾਬਰ ਨੇ ਤੁਹਾਡੇ ਕੋਲ, ਠੀਕ ਹੈ, r = 1/2, ਠੀਕ ਹੈ। ਠੀਕ ਹੈ, ਤਾਂ ਜਿਹੜਾ ਹੈਗਾ ਤੁਹਾਡੇ ਕੋਲ ਆਪਾਂ ਨੂੰ ਕੀ ਕਹਿ ਰਿਹਾ ਹੈਗਾ ਹੈ, ਸਿੰਪਲ ਆਪਾਂ ਇੱਕ ਇਲਿਪਸ ਹੈ, ਇਲਿਪਸ ਦੇ ਵਿੱਚ ਹੁਣ ਤੁਹਾਨੂੰ ਸਿਰਫ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਲੈਂਥ ਆਫ ਲੇਟਸ ਰੈਕਟਮ ਹੈ ਉਹ 2b² a ਹੁੰਦਾ ਹੈ ਤੇ ਇਸੈਂਟ੍ਰਿਸਿਟੀ ਲਈ ਤੁਹਾਡੇ ਕੋਲ b² = 1 - e² ਹੋਣਾ ਚਾਹੀਦਾ। ਇਹ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਹੁਣ ਆਪਾਂ ਨੂੰ ਕੁਐਸਚਨ 'ਚ ਕੀ ਕਹਿ ਰਿਹਾ ਹੈਗਾ ਉਹ, ਜੇ ਆਪਾਂ ਦੇਖੀਏ ਤੁਹਾਡੇ ਕੋਲ ਧਿਆਨ ਨਾਲ, ਜੇ ਹੁਣ ਆਪਾਂ ਨੂੰ ਆਹ ਚੀਜ਼ ਨਹੀਂ ਪਤਾ ਦੈਨ ਡੈਫੀਨੇਟਲੀ ਆਪਾਂ ਪ੍ਰੋਬਲਮ 'ਚ ਹੈਗੇ ਆ ਤੁਹਾਡੇ ਕੋਲ, ਠੀਕ ਹੈ ਜੀ। ਹੁਣ ਆਪਾਂ ਨੇ ਕੀ ਕਰਨਾ ਹੈਗਾ ਤੁਹਾਡੇ ਕੋਲ, ਆਪਾਂ ਕੁਐਸਚਨ 'ਚ ਦੇਖੀਏ, ਉਸ ਬੰਦੇ ਨੇ ਕਿਹਾ ਇਸੈਂਟ੍ਰਿਸਿਟੀ ਆਪਾਂ ਨੂੰ 1/2 ਦਿੱਤੀ ਹੋਈ ਹੈ ਤੁਹਾਡੇ ਕੋਲ। ਸੋ ਜੀ ਇਸੈਂਟ੍ਰਿਸਿਟੀ 1/2 ਦਿੱਤੀ ਹੋਈ ਹੈ ਤਾਂ b² ਇਹ ਵੀ 1/2 ਹੈ, eccentricity ਵੀ 1/2 ਹੈ, latus rectum = 1/2, eccentricity is also 1/2। ਤਾਂ ਤੁਸੀਂ ਕੀ ਕੀਤਾ, ਉਰੇ 1/2 ਦਾ ਸਕੁਅਰ ਕਰਤਾ, 1/4 ਆ ਗਿਆ ਜੀ। ਜਦੋਂ 1/4 ਆ ਗਿਆ ਤਾਂ b² = a² ਨਾਲੇ 3/4 ਆ ਗਿਆ। ਅਲਟੀਮੇਟਲੀ ਅਸੀਂ ਇੱਕ a² ਤੇ b² ਦੀ ਵੈਲਿਊ ਨਿਕਾਲਣੀ ਹੈ। ਹੁਣ ਤੁਹਾਡਾ 2b² = a/2 ਹੈਗਾ, ਤਾਂ ਇੱਥੇ 2b² ਦੀ ਵੈਲਿਊ ਬਣੀ, ਇੱਥੇ a² ਨਾਲ 3/4, ਇੱਥੇ b² ਦੀ ਵੈਲਿਊ ਭਰ ਦੋ, ਇੱਥੇ a/2 ਆ ਗਿਆ, ਠੀਕ ਹੈ ਜੀ। ਆਹ 2 ਨਾਲ 2 ਕੈਂਸਲ, ਆਹ 2 ਨਾਲ ਆਹ 2 ਕੈਂਸਲ, ਤਾਂ 3a² = a। तो a 0 तो हो नहीं सकता ना, तो मतलब a तो नॉन जीरो ही होगा, तो कैंसिल कर दो, a दी वैल्यू 1/3 आ गई ਤੁਹਾਡੇ ਕੋਲ,
ठीक है। अब ए दी वैल्यू आ गई, बी दी वैल्यू भी निकल जानी है। बी स्केयर जिहड़ा हैगा तुहाडे कोल वो आ जाऊगा ए स्केयर यानी कि 1/9 3/4 सो 1/12 बी स्केयर आ गया। ए स्केयर कितना आ गया जी 1/9 आ गया, तो 1/9 ते 1/12 ठीक है। तो आंसर की आना चाहिए हैगा एक्स स्केयर बाय 1/9 क्योंकि ए स्केयर चाहिए इत्थे वाई स्केयर इत्थे 1/12 आना चाहिए तुहाडे कोल इज इक्वल टू तुहाडे कोल 1 आना चाहिए। सो 9 जंप करके ऊपर चला जाएगा 9x स्केयर 12y स्केयर 9x स्केयर 12y स्केयर वाला आ हैगा तुहाडे कोल। तो ਆਪਾਂ ਨੂੰ समझ आ गया जी तुहाडे कोल ਜਿਹੜਾ ਹੈਗਾ। सो इदां ਦਾ क्वेश्चन ਤੁਹਾਨੂੰ ਲਾਜ਼ਮੀ ਆਣਾ ਜੀ तुहाडे कोल 10 ईयर देखते जाइयो ਤੇ एक्सपेक्टेड क्वेश्चंस देखते जाइयो भी किदां ਦੇ ਹੈਗੇ ਨੇ। ठीक है जी। सो अगर अगे शेयर होया डिमांड हुई बच्चों की तो फिर नैक्सट बनाई जावांगे, जे लग्या भी नहीं हैगी रिस्पॉन्स तो कोई गल नहीं तुहाडे कोल। ठीक है जी। बट आगे देखो तुहाडे कोल क्वेश्चन की हैगा, कहंदा इहदे लई बहुत वधिया शॉर्टकट हुंदा है, इहदे लई कैले हैमिल्टन थ्योरम इस तरह के क्वेश्चन लई शॉर्टकट हुंदी है। +2 वाले नूं शायद ना समझ आवे पर जिहड़ा हैगा ग्रेजुएशन जिहने कीती है उहनूं बड़े आराम नाल समझ आ जांदा। सो ए स्केयर इज इक्वल टू दिस दैन ए स्केयर -2 पहला की करता बच्चा वो कह दिंदा भी ए दा स्केयर कर लो 4a कर लो घटा लो जो इन्हां चों बनेगा आंसर आ जाएगा। ठीक है, दैट इज ट्रेडिशनल मैथड पर जे क्यूब च आ जाए तो होना नहींगा तुहाडे कोल या बड़ी इक्वेशन आ जाए तो होनी नहीं तुहाडे कोल। ठीक है जी। सो जिहड़ा हैगा आपां की करना है, आपां सिर्फ a माइनस लैम्डा आई दा डिटरमिनेंट निकालना है। तो डिटरमिनेंट सिंपल इहदे डायगोनल चों लैम्डा घटा दो बाकी कुछ नहीं करना हैगा, डायगोनल विचों लैम्डा घटा के डिटरमिनेंट नूं 0 कर दो। ठीक है, 1 मिनट तो घट हो जाता 2 माइनस लैम्डा दा स्केयर आएगा माइनस माइनस प्लस फिर माइनस आ जाएगा। ठीक है जी। तो 2 दा स्केयर 4 आ गया नाल लैम्डा दा स्केयर आ गया -4 लैम्डा आ गया -1 इज इक्वल टू 0। तो ये बन गया लैम्डा स्केयर -4 लैम्डा। ठीक है, उधर आके -3 हो गया। कैले हैमिल्टन थ्योरम की कहती है कि जिथे लैम्डा है उथे पा दो एवरी। ठीक है, मैट्रिक्स सैटिस्फाइड करैक्टरिस्टिक्स इक्वेशन। सो ਇਹਦਾ मतलब 3 फालतू होवे तो आई पा दो तो ਇਹਦੀ वैल्यू -3 आई आ गई। ਤੁਹਾਡਾ क्वेश्चन हो गया। सो अगर बड़ी इक्वेशन आ जाए तो जोड़ घटाओ च उलझते रह जाओगे, इदां कर लोगे सारियां ऑप्शनां चों बड़े आराम नाल ऑप्शन आ जानी। बस ਜਿਹੜੀ मैट्रिक्स ਦਿੱਤੀ ਹੋਈ ਹੈ ਉਹਦੇ डायगोनल चों लैम्डा घटा के डिटरमिनेंट खोल दो, ਜਿਹੜੀ मैट्रिक्स ਦਿੱਤੀ ਹੋਈ है डायगोनल चों लैम्डा घटाओ डिटरमिनेंट खोल दो, जो एंड विच आंसर आया लैम्डे की थां ते ए पा दो, ਜਿਹੜਾ खाली कॉन्स्टेंट होएगा ਉਹਦੇ ਨਾਲ आई पा दो, ਤੁਹਾਡਾ क्वेश्चन हो जाएगा जी। ठीक है जी। सो अगला क्वेश्चन की हैगा ਤੁਹਾਡੇ ਕੋਲ, ਪ੍ਰੋਬੇਬਲੀ ਇਹ ਲਾਸਟ क्वेश्चन है जी, ਉਸ ਤੋਂ ਬਾਅਦ ਫਿਰ ਅੱਗੇ ਦੇਖਾਂਗੇ। ਸੋ ਜੇ क्वेश्चन ਦੇ ਵਿੱਚ ਉਹਨੇ ਕਿਹਾ ਕਹਿੰਦਾ a³ = 0 ਐਂਡ a² a+ ਇਹਦੀ ਆਪਾਂ ਵੈਲਿਊ ਲੱਭਣੀ, ਆਪਾਂ ਕਿਹਦੀ ਵੈਲਿਊ ਲੱਭਣੀ ਹੈ ਜੀ ਆਹ ਉਸ ਬੰਦੇ ਨੇ a³ ਦਿੱਤਾ, ਕਿਊਬ ਤਾਂ ਸਾਡੇ ਕੋਲ ਹੈਗਾ ਹੀ ਨਹੀਂ ਤਾਂ ਆਪਾਂ a ਨਾਲ ਮਲਟੀਪਲਾਈ ਕਰ ਲੈਂਦੇ ਆ, ਤੁਹਾਡੇ ਕੋਲ ਕੋਈ ਫਰਕ ਤਾਂ ਨਹੀਂ ਪੈਂਦਾ a² ਤੇ ai है ना, ਜਿਹੜਾ ਮਲਟੀਪਲਾਈ ਕੀਤਾ ਉਹ ਉਰੇ ਡਿਵਾਈਡ ਕਰ ਲੈਂਦੇ ਆ, मन इनवर्स ना गुणा किया तो वही है मल्टीप्लाई ते डिवाइड कर लिया ए ना ता जो पता लग जाए कि ਇਹਦੀ वैल्यू 0, ਇਹਦੀ वैल्यू 0 पाती, a² पहला ai हो गया, बाहरले पासे a इनवर्स है। अब a इनवर्स अंदर जाएगा तो एक a नु i कर देगा तो आंसर आ जाएगा एक a एक नु i कर देगा तो a + i थोड़ा आंसर आ जाएगा। सो a + i थोड़ा आंसर आ जाएगा। ठीक है जी। सो मैंने लगता जी इत्थे तक बहुत वधिया तुहानूं समझ आ गया होएगा तो शेयर कर दिओ जी, जे सबसक्राइब नहीं किया ਤਾਂ कर लो, क्वालिटी कंटेंट हैगा। पहला कई बच्चे जॉब लै चुके ने पर क्योंकि कई बार उन्नी पॉपुलैरिटी नहीं होंगी हैगी तो फिर बच्चा लगता भी शायद क्वालिटी कंटेंट ना हो। ठीक है जी, थैंक यू।